ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ। ਨੈਨੋ ਭੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੈ ਸਭ ਸੰਗ। ਚਰਨ ਚਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਐ ਹਰ ਬਿੰਦ। ਕਰ ਹਰ ਕਰਮ ਸ਼ਰਵਣ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮਥਾ। ਕਰ ਹਰ ਕਰਮ ਸ਼ਰਵਣ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮਥਾ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਸ਼ਲੋਕ ਮਹੱਲਾ ਤੀਜਾ। ਜਿਉ ਤਨ ਕੋਲੂ ਪੀਲੀਐ, ਰਤ ਨ ਭੋਰੀ ਦੇ। ਜਿਉ ਵੰਝੈ ਚੋਖੰਨੀਐ, ਸੱਚੇ ਸੰਦੜੈ ਨੇਹ। ਨਾਨਕ ਮੇਲ ਨ ਚੁੱਕੈ, ਰਾਤੀ ਅਤੈ ਡੇਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਇਸ ਪਾਵਨ ਸਥਾਨ ਤੇ ਗੁਰਬਾਣੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ, ਪਾਵਨ ਕਥਾ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਸ ਸਮੇਂ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਹੋਏ ਹਨ। ਦਸਮ ਪਿਤਾ ਦੀ ਪਾਵਨ ਬਾਣੀ ਸ੍ਰੀ ਚੌਪਈ ਸਾਹਿਬ ਜੀ ਦੇ ਜਾਪ ਹੋਏ ਹਨ। ਸੋ ਸਮਾਂ ਬਣਿਆ ਹੈ ਗੁਰਬਾਣੀ ਦੀ ਪਾਵਨ ਕਥਾ ਨਾਲ ਜੁੜਨ ਦਾ। ਚੱਲ ਰਹੀ ਪਾਵਨ ਬਾਣੀ ਦੀ ਲੜੀਵਾਰ ਕਥਾ ਵਿਚਾਰ ਦੇ ਤਹਿਤ ਸੋਠ ਰਾਗ ਦੀ ਜੋ ਵਾਰ ਹੈ, ਸੋਠ ਰਾਗ ਦੀ ਵਾਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਸਾਰੀਆਂ ਹੀ ਪੌੜੀਆਂ ਹਨ। ਸ਼ਲੋਕ ਉਹ ਗੁਰੂ ਸਾਹਿਬਾਨ ਦੇ ਸਮਲਿਤ ਹਨ। ਸੋ ਆਓ ਪੰਜਵੀਂ ਪੌੜੀ, ਇਹਦੇ ਨਾਲ ਦੋ ਸ਼ਲੋਕ ਗੁਰੂ ਅਮਰਦਾਸ ਮਹਾਰਾਜ ਜੀ ਦੇ ਆਏ ਹਨ। ਇਹਨਾਂ ਪਾਵਨ ਅੰਮ੍ਰਿਤ ਬਚਨਾਂ ਦੇ ਵਿੱਚ ਸਤਿਗੁਰੂ ਜੀ ਕੀ ਉਪਦੇਸ਼ ਕਰ ਰਹੇ ਹਨ ਕਿ ਜਦੋਂ ਕੋਈ ਰੱਬ ਦੀ ਭਗਤੀ ਕਰਦਾ ਹੈ ਤਾਂ ਉਹਦੇ ਮਨ ਦੇ ਵਿੱਚ ਅਕਸਰ ਹੰਕਾਰ ਆ ਜਾਂਦਾ ਹੈ। ਪਾਤਸ਼ਾਹ ਜੀ ਕਹਿੰਦੇ, ਭਾਈ ਤੂੰ ਕਿੰਨੀ ਵੀ ਸਾਧਨਾ ਕਰ ਲੈ, ਜੇਕਰ ਵਾਹਿਗੁਰੂ ਦੀ ਬਖਸ਼ਿਸ਼ ਨਾ ਹੋਈ ਤੇ ਤੇਰੀ ਕੀਤੀ ਹੋਈ ਸਾਧਨਾ ਕਿਸੇ ਕੰਮ ਨਹੀਂ ਹੈ। ਸਾਧਨਾ ਕਰਨੀ ਚਾਹੀਦੀ ਹੈ। ਸਾਧਨਾ ਕੀਤੀ ਹੋਈ ਸਫਲ ਤਾਂ ਹੈ ਜੇਕਰ ਮਨੁੱਖ ਆਪਣਾ ਹੰਕਾਰ ਛੱਡ ਕੇ ਉਸ ਵਾਹਿਗੁਰੂ ਨੂੰ ਸਮਰਪਿਤ ਹੋ ਜਾਵੇ, ਤਾਂ ਫਿਰ ਪਤਾ ਲੱਗਦਾ ਹੈ ਕਿ ਸਾਰੀ ਖੇਡ ਕਰਨ ਵਾਲਾ ਉਹ ਵਾਹਿਗੁਰੂ ਆਪ ਹੀ ਹੈ। ਆਪਣੀ ਭਗਤੀ ਦਾ ਰੰਗ ਵੀ ਉਹ ਆਪ ਹੀ ਲਾਂਦਾ ਹੈ।
ਜੇ ਕਿਸੇ ਨੂੰ ਭਗਤੀ ਦਾ ਗੂੜਾ ਰੰਗ ਚੜਿਆ ਹੈ, ਜੇ ਕੋਈ ਵਾਹਿਗੁਰੂ ਦੀ ਭਗਤੀ ਦੇ ਵਿੱਚ ਓਤ-ਪੋਤ ਹੈ, ਤਾਂ ਉਹ ਮਨੁੱਖ ਆਪਣੇ ਬਲ ਕਰਕੇ ਨਹੀਂ, ਉਹ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ, ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹ ਰੰਗ ਪ੍ਰਾਪਤ ਹੁੰਦਾ ਹੈ। ਸੋ ਸਾਹਿਬ ਸੱਚੇ ਪਾਤਸ਼ਾਹ ਜੋ ਬਖਸ਼ਿਸ਼ਾਂ ਕਰ ਰਹੇ ਹਨ, ਸਤਿਗੁਰੂ ਦੇ ਅੰਮ੍ਰਿਤ ਬਚਨਾਂ ਨਾਲ ਸਾਂਝ ਪਾਈਏ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਤੀਸਰੇ ਗੁਰੂ ਅਮਰ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਗਰੀਬ ਨੂੰ ਆਜ ਫਰਮਾਨ ਕਰ ਰਹੇ ਨੇ। ਜਿਉ ਤਨ ਕੋਲੂ ਪੀੜੀਐ ਰਤ ਨ ਭੋਰੀ ਰੇ। ਮਹਾਰਾਜ ਕਹਿੰਦੇ ਥੋੜ੍ਹੀ ਜਿਹੀ ਸਾਧਨਾ ਕਰਕੇ ਮਨੁੱਖ ਅੰਦਰ ਹਉਮੈ ਆ ਜਾਂਦੀ। ਅਕਸਰ ਆਪਾਂ ਜਦੋਂ ਹੋਰ ਮਤਾਂ ਨੂੰ ਵੀ ਪੜ੍ਹਦੇ ਹਾਂ, ਖਾਸ ਕਰਕੇ ਜੋਗੀ ਜਾਂ ਸੰਨਿਆਸੀ, ਇਸ ਤਰ੍ਹਾਂ ਦੇ ਜਿਹੜੇ ਸਾਧੂ ਬਹੁਤ ਹੰਕਾਰ ਵਿੱਚ ਆ ਜਾਇਆ ਕਰਦੇ ਸਨ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਸਮੇਂ ਹਸਨ ਅਬਦਾਲ ਗਏ ਹਨ, ਤਾਂ ਉੱਥੇ ਇੱਕ ਵਲੀ ਪੀਰ ਰਹਿੰਦਾ ਹੈ, ਬੜੀ ਸਾਧਨਾ ਵਾਲਾ, ਜਿਹਨੂੰ ਵਲੀ ਕੰਧਾਰੀ ਕਹਿੰਦੇ ਸਨ। ਵੇਖੋ ਇੱਕ ਫਕੀਰ ਹੋ ਕੇ ਕਿੰਨੇ ਹੰਕਾਰ ਨਾਲ ਭਰਿਆ ਹੋਇਆ। ਫਕੀਰੀ ਤਾਂ ਬਾਣਾ ਜ਼ਰੂਰ ਧਾਰਨ ਕੀਤਾ ਸੀ, ਸਾਧਨਾ ਵੀ ਸੀ, ਪਰ ਅੰਦਰ ਹੰਕਾਰ ਬੜਾ ਸੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਦਾ ਹੰਕਾਰ ਦੂਰ ਕੀਤਾ। ਅਸਲ ਵਿੱਚ ਭਾਈ ਮਰਦਾਨੇ ਨੂੰ ਪਾਣੀ ਦੀ ਪਿਆਸ ਲੱਗਣ ਦਾ ਕਾਰਨ ਇਹੀ ਸੀ। ਸਤਿਗੁਰੂ ਜੀ ਵਿਧੀ ਬਣਾ ਦਿੰਦੇ ਜਦੋਂ ਕਿਸੇ ਦਾ ਭਲਾ ਕਰਨਾ, ਤਾਂ ਉਹਦੇ ਹੰਕਾਰ ਨੂੰ ਫਿਰ ਸਤਿਗੁਰੂ ਨੇ ਤੋੜਿਆ ਅਤੇ ਕਿਹਾ ਤੂੰ ਫਕੀਰ ਹੋ ਕੇ ਇਸ ਤਰ੍ਹਾਂ ਦੇ ਕਰਮ ਕਰਦਾ ਹੈ। ਇਸੇ ਤਰ੍ਹਾਂ ਜਦੋਂ ਸਿਆਲਕੋਟ ਗਏ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ, ਸਿਆਲਕੋਟ ਦੇ ਬਾਹਰ ਇੱਕ ਪੀਰ ਦਾ ਡੇਰਾ ਹੈ, ਉਹਦਾ ਨਾਂ ਸੀ ਹਮਜ਼ਾ ਗੌਂਸ਼। ਹਮਜ਼ਾ ਗੌਂਸ਼ ਪੀਰ ਚਲੀਸਾ ਕੱਟ ਰਿਹਾ ਸੀ, ਭੋਰੇ 'ਚ ਬੈਠਾ ਹੋਇਆ। ਕਾਹਦੇ ਵਾਸਤੇ ਭੋਰੇ 'ਚ ਚਲੀਸਾ ਕੱਟ ਰਿਹਾ ਸੀ? ਵੀ ਸਾਰੇ ਹੀ ਸਿਆਲਕੋਟ ਸ਼ਹਿਰ ਨੂੰ ਮੈਂ ਬਰਬਾਦ ਕਰ ਦੇਣਾ ਹੈ। ਆਪਣੀ ਸਾਧਨਾ ਦੇ ਨਾਲ ਸਤਿਗੁਰੂ ਜੀ ਨੇ ਇਹਦੇ ਚਲੀਸੇ ਨੂੰ ਤੋੜਿਆ। ਇਹਨੂੰ ਬੜਾ ਗੁੱਸਾ ਆਇਆ। ਬਾਹਰ ਆ ਕੇ ਪੁੱਛਦਾ ਆਪਣੇ ਚੇਲਿਆਂ ਨੂੰ, ਇਹ ਕਿਹਨੇ ਕਰਮ ਕੀਤਾ ਹੈ? ਤਾਂ ਉਹ ਕਹਿੰਦੇ ਗੁਰੂ ਨਾਨਕ ਦੇਵ ਜੀ ਆਏ ਨੇ। ਆਇਆ ਬੜਾ ਅੱਗ ਬਬੂਲਾ ਹੋਇਆ। ਸਤਿਗੁਰੂ ਜੀ ਕਹਿੰਦੇ ਤੂੰ ਪੀਰ ਹੈ, ਸਾਧੂ ਹੈ, ਤੇ ਕਰਮ ਕਿਸ ਤਰ੍ਹਾਂ ਦਾ ਕਰ ਰਿਹਾ ਹੈ? ਕਹਿਣ ਲੱਗਾ ਇਹ ਸਾਰਾ ਸਿਆਲਕੋਟ ਸ਼ਹਿਰ ਝੂਠਿਆਂ ਦਾ ਹੈ। ਮੇਰੇ ਨਾਲ ਵਾਅਦਾ ਕਰਕੇ ਇੱਕ ਸੇਠ ਨੇ, ਉਹਦੇ ਔਲਾਦ ਨਹੀਂ ਸੀ ਹੁੰਦੀ, ਉਹਨੇ ਵਾਅਦਾ ਕੀਤਾ ਸੀ ਮੈਂ ਤੁਹਾਨੂੰ ਇੱਕ ਪੁੱਤਰ ਦੇਵਾਂਗਾ। ਜਦੋਂ ਉਹਦੇ ਘਰ ਪੁੱਤਰ ਪੈਦਾ ਹੋਏ ਉਹ ਮੁੱਕਰ ਗਿਆ। ਕਹਿੰਦੇ ਉਹਦੇ ਕਰਕੇ ਸਾਰਾ ਸ਼ਹਿਰ ਹੀ ਝੂਠਾ ਹੈ, ਮੈਂ ਸਾਰਾ ਸ਼ਹਿਰ ਬਰਬਾਦ ਕਰ ਦੇਣਾ ਹੈ। ਸਤਿਗੁਰੂ ਜੀ ਕਹਿੰਦੇ ਜੇ ਕਸੂਰ ਇੱਕ ਦਾ ਹੈ, ਗਲਤੀ ਇੱਕ ਦੀ ਹੈ, ਤਾਂ ਸਜ਼ਾ ਸਾਰਿਆਂ ਨੂੰ ਕਿਉਂ? ਫਿਰ ਦੂਜਾ ਇਹ ਵੀ ਹੈ, ਜੇ ਕਿਸੇ ਪੀਰ ਫਕੀਰ ਸਾਧੂ ਮਹਾਤਮਾ ਦੇ ਬਚਨਾਂ ਨਾਲ ਕਿਸੇ ਨੂੰ ਕੁਝ ਮਿਲਿਆ ਤੇ ਉਹ ਖੋਣਾ ਨਹੀਂ ਚਾਹੀਦਾ। ਫਿਰ ਫਕੀਰ ਤੂੰ ਕਾਹਦਾ ਹੈ, ਸਾਧੂ ਕਾਹਦਾ ਹੈ? ਸਤਿਗੁਰੂ ਜੀ ਕਹਿੰਦੇ ਇਸ ਸ਼ਹਿਰ ਦੇ ਵਿੱਚ ਸੱਚੇ ਮਨੁੱਖ ਵੀ ਰਹਿੰਦੇ ਨੇ। ਉਸੇ ਵਾਸਤੇ ਭਾਈ ਮਰਦਾਨਾ ਜੀ ਨੂੰ ਭੇਜਿਆ ਸੀ। ਜਦੋਂ ਸਿਆਲਕੋਟ ਦੇ ਮੂਲੇ ਖੱਤਰੀ ਨੇ ਇਹ ਕਾਗਜ਼ ਦੇ 2 ਟੁਕੜਿਆਂ 'ਤੇ ਲਿਖ ਦਿੱਤਾ ਕਿ ਮਰਨਾ ਸੱਚ ਹੈ, ਜੀਵਣਾ ਝੂਠ ਹੈ। ਉਹ ਕਹਿੰਦਾ ਨਾ ਹਮਜ਼ਾ ਗੌਂਜ ਵੀ ਇੱਥੇ ਕੋਈ ਸੱਚਾ ਬੰਦਾ ਨਹੀਂ ਰਹਿੰਦਾ। ਸਤਿਗੁਰੂ ਕਹਿੰਦੇ ਹੁਣੇ ਤੈਨੂੰ ਦਿਖਾ ਦਿੰਦੇ ਆ। ਭਾਈ ਮਰਦਾਨੇ ਨੂੰ ਭੇਜਿਆ, ਜਾ 1 ਪੈਸੇ ਦਾ ਸੱਚ 1 ਪੈਸੇ ਦਾ ਝੂਠ ਖਰੀਦ ਕੇ ਲਿਆ। ਗਏ ਭਾਈ ਮਰਦਾਨਾ ਜੀ, ਤਾਂ ਮੂਲਾ ਖੱਤਰੀ ਇੱਕ ਬਾਣੀਆ ਹੈ, ਉਹ ਲਿਖ ਦਿੰਦਾ ਹੈ ਕਿ ਜੀਵਨਾ ਜਿਹੜਾ ਹੈ ਇਹ ਝੂਠ ਹੈ,
ਮਰਨਾ ਸੱਚ ਹੈ। ਲਿਆ ਕੇ ਦਿਖਾਇਆ, ਦੇਖ ਤੂੰ ਕਹਿੰਦਾ ਸਾਰਾ ਸ਼ਹਿਰ ਝੂਠਿਆਂ ਦਾ, ਇੱਥੇ ਇਸ ਤਰ੍ਹਾਂ ਦੇ ਵੀ ਬੰਦੇ ਸ਼ਹਿਰ ਵਿੱਚ ਰਹਿੰਦੇ ਨੇ, ਚੰਗੇ ਬੰਦੇ ਵੀ ਰਹਿੰਦੇ ਹਨ। ਇਹ ਮੂਲਾ ਖੱਤਰੀ ਬਾਅਦ ਵਿੱਚ ਫਿਰ ਗੁਰੂ ਨਾਨਕ ਦੇਵ ਜੀ ਦਾ ਸਿੱਖ ਬਣਦਾ ਹੈ। ਉਹ ਆਪਾਂ ਸਾਰੇ ਇਤਿਹਾਸ ਨੂੰ ਜਾਣਦੇ ਹਾਂ, ਸਾਖੀ ਨੂੰ ਜਾਣਦੇ ਹਾਂ। ਹਮਜ਼ਾ ਗੌਂਜ ਵਰਗੇ ਪੀਰ, ਉਹਨੂੰ ਵੀ ਹੰਕਾਰ ਹੋ ਗਿਆ। ਗੌਂਸ਼ ਵੀ ਇੱਕ ਮੁਸਲਮਾਨ ਇਸਲਾਮ ਮਤ ਦੇ ਵਿੱਚ ਰੁਤਬਾ ਹੈ। ਜਦੋਂ ਕੋਈ ਉਸ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਤੇ ਉਹਨੂੰ ਇਹ ਪਦਵੀ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਇਤਿਹਾਸ ਵਿੱਚ ਜ਼ਿਕਰ ਆਉਂਦੇ ਨੇ, ਜਦੋਂ ਜਿਹੜੇ ਪੀਰਾਂ ਨੂੰ, ਫਕੀਰਾਂ ਨੂੰ, ਜੋਗੀਆਂ ਨੂੰ, ਸਾਧੂਆਂ ਨੂੰ ਹੰਕਾਰ ਹੋਇਆ ਪਿਆ ਸੀ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਹੰਕਾਰ ਦੀ ਨਿਵਰਤੀ ਕੀਤੀ ਵੀ ਇੱਦਾਂ ਰੱਬ ਦੀ ਬਖਸ਼ਿਸ਼ ਨਹੀਂ ਹੁੰਦੀ। ਸਾਧਨਾ ਕਰਕੇ ਕੋਈ ਉਸ ਰੱਬੀ ਰਹਿਮਤਾਂ ਨੂੰ ਨਹੀਂ ਪਾ ਸਕਦਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਜਿਉਂ ਤਨ ਕੋ ਲੂ ਪੀੜੀ ਹੈ ਰਤ ਨਾ ਭੋਰੀ ਰੇ। ਇੰਨੀ ਸਾਧਨਾ ਕੀਤੀ ਹੋਵੇ, ਸਰੀਰ ਨੂੰ ਕੋਹਲੂ ਵਿੱਚ ਪੀੜਿਆ ਜਾਵੇ। ਕੋਹਲੂ ਜਿਹਦੇ ਰਾਹੀਂ ਸਰੋਂ ਦਾ ਤੇਲ, ਤਿਲਾਂ ਦਾ ਤੇਲ ਇਤਿਆਦਿ ਕੱਢਿਆ ਜਾਂਦਾ ਹੈ, ਜਿਹਦੇ ਵਿੱਚੋਂ ਤਿਲਾਂ ਦਾ ਤੇਲ ਨਿਕਲਦਾ ਹੈ। ਉਹ ਮਸ਼ੀਨ ਕਿੰਨੀ ਬਰੀਕੀ ਵਿੱਚ ਚੱਲਦੀ ਹੋਵੇਗੀ। ਉਸ ਕੋਹਲੂ ਦੇ ਵਿੱਚ ਸਾਧਨਾ ਕੀਤੇ ਹੋਏ ਸਰੀਰ ਨੂੰ ਪੀੜਿਆ ਜਾਵੇ। ਇੰਨੀ ਸਾਧਨਾ ਹੋਵੇ ਵੀ ਰੰਚਕ ਮਾਤਰ ਖੂਨ ਦਾ ਤੁਪਕਾ ਵੀ ਵਿੱਚੋਂ ਨਾ ਨਿਕਲੇ। ਭਾਵ ਸਰੀਰ ਇੰਨਾ ਸਾਧਨਾ ਵਿੱਚ ਕੀਤਾ ਹੋਵੇ ਕਿ ਵਿੱਚ ਰਾਤੀ ਨਾ ਰਹੇ। ਜੀਉ ਵੰਜੈ ਜੋ ਖੰਨੀਐ ਸੱਚੇ ਸੰਦੜੈ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਆਪਣੀ ਜਿੰਦ ਵਾਹਿਗੁਰੂ ਦੇ ਪਿਆਰ ਤੋਂ ਵਾਰ ਦਿੱਤੀ ਜਾਵੇ। ਆਪਣੀ ਜ਼ਿੰਦਗੀ ਵਾਹਿਗੁਰੂ ਤੋਂ ਸਦਕੇ ਕਰ ਦਿੱਤੀ ਜਾਵੇ। ਨਾਨਕ ਮੇਲ ਨਾ ਚੁਕਈ ਰਾਤੀ ਅਤੇ ਡੇਹ। ਕੋਈ ਇੰਨੀ ਸਾਧਨਾ ਕਰੇ, ਇੰਨਾ ਉਹਦੇ ਪਿਆਰ ਵਿੱਚ ਚਲਾ ਜਾਵੇ ਤਾਂ ਉਹ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਭਾਵ ਸਾਧਨਾ ਯੁਗਤ ਹੋਵੇ, ਹੰਕਾਰ ਨਾ ਕਰੇ। ਪਰ ਕਿਉਂਕਿ ਸਾਧਨਾ ਤੋਂ ਬਿਨਾਂ ਰੱਬ ਦੀ ਪ੍ਰਾਪਤੀ ਨਹੀਂ। ਜੇ ਕੋਈ ਆਖੇ ਵੀ ਸਾਧਨਾ ਤੋਂ ਬਿਨਾਂ ਗੱਲ ਬਣ ਜਾਵੇ, ਸਾਧਨਾ ਤੋਂ ਬਿਨਾਂ ਗੱਲ ਨਹੀਂ ਬਣਦੀ। ਕੋਈ ਇੰਨੀ ਸਾਧਨਾ ਕਰ ਲਵੇ। ਇੱਥੇ ਹੁਣ ਇਹ ਬੋਝ ਭਾਵ ਦੇ ਵਿੱਚ ਮਹਾਰਾਜ ਨੇ ਬਚਨ ਆਖੇ ਨੇ ਕਿ ਤਨ ਨੂੰ ਪੀੜਿਆ ਜਾਵੇ। ਭਾਵ ਤਨ ਨੂੰ ਇੰਨਾ ਕੁ ਸਾਧਨਾ ਯੁਕਤ ਕੀਤਾ ਜਾਵੇ, ਰਤ ਨਾ ਭੋਰੀ ਰਹੇ। ਭੋਰਾ ਰੰਚਕ ਮਾਤਰ ਵੀ ਰਤ ਨਾ ਰਹੇ। ਇਹਦਾ ਕੀ ਭਾਵ ਹੈ ਕਿ ਰੰਚਕ ਮਾਤਰ ਵੀ ਜੀਵਨ ਦੀ ਲਾਲਸਾ ਨਾ ਰਹੇ, ਕਿਸੇ ਤਰ੍ਹਾਂ ਦੀ ਆਸ ਨਾ ਰਹੇ। ਇੰਨੀ ਭਾਰੀ ਸਾਧਨਾ, ਇਹ ਰੱਬੀ ਮਾਰਗ ਬੜਾ ਵਿਖਮ ਮਾਰਗ ਹੈ। ਹੁਣ ਜਿਹੜੇ ਥੋੜ੍ਹੀ ਸਾਧਨਾ ਕਰਕੇ ਹੰਕਾਰ ਨਾਲ ਭਰੇ ਹੋਏ, ਮਹਾਰਾਜ ਕਹਿੰਦੇ ਇਹ ਤਾਂ ਕੁਝ ਵੀ ਨਹੀਂ ਹੈ। ਜੇਕਰ ਉਸ ਰੱਬ ਨੂੰ ਪ੍ਰਾਪਤ ਕਰਨਾ ਤੇ ਬੜੀ ਕਰੜੀ ਸਾਧਨਾ ਹੈ। ਜਿਵੇਂ ਬਾਬਾ ਫਰੀਦ ਜੀ ਕਹਿੰਦੇ ਹਨ, ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਦਰਵੇਸੀ ਗਾਖੜੀ ਚੋਪੜੀ ਪ੍ਰੀਤ। ਇਕਣ ਕਿਲੇ ਚਾਲੀਏ ਦਰਵੇਸਾ ਵੀ ਰੀਤ। ਕਹਿੰਦੇ ਜਿਹੜੀ ਫਕੀਰਾਂ ਦੀ ਭਗਤੀ ਮਾਰਗ ਹੈ ਨਾ ਰੱਬ ਦਾ, ਇਹ ਬੜਾ ਗਾਖੜਾ ਮਾਰਗ ਹੈ, ਬੜਾ ਵਿਖਮ ਮਾਰਗ ਹੈ। ਪਰ ਤੂੰ ਉੱਪਰੋਂ ਚੋਪੜੀ ਪ੍ਰੀਤ ਕਰਨਾ ਹੈ। ਜਿਵੇਂ ਆਪਾਂ ਉੱਪਰੋਂ ਰੋਟੀ ਚੋਪੜ ਦੀਏ, ਉੱਪਰੋਂ ਚੋਪੜੀ ਹੁੰਦੀ, ਵਿੱਚੋਂ ਤਾਂ ਨਹੀਂ ਘਿਓ ਦੇ ਗਿਆ ਹੁੰਦਾ। ਇਸੇ ਤਰ੍ਹਾਂ ਬਾਹਰੋਂ ਆਪਾਂ ਪ੍ਰੀਤ ਕਰਕੇ ਦਿਖਾਉਂਦੇ ਹਾਂ। ਸਾਧਨਾ ਕੋਈ ਹੈ ਨਹੀਂ, ਸਾਧਨਾ ਨਹੀਂ ਕੋਈ ਹੈ। ਕੋਈ ਗਹਿਰੀ ਸਾਧਨਾ ਤਾਂ ਹੈ ਨਹੀਂ ਸਾਡੀ। ਵੇਖੋ ਨਾ ਆਪਾਂ ਧਿਆਨ ਦੇ ਨਾਲ ਆਪਣੇ ਘਰਾਂ ਵਿੱਚ ਗੁਰ ਇਤਿਹਾਸ ਪੜ੍ਹਦੇ ਹਾਂ, ਨਾ ਗੁਰਬਾਣੀ ਨੂੰ ਸਮਝਦੇ ਹਾਂ। ਜਿੰਨੇ ਵੀ ਤੁਸੀਂ ਵੇਖੋ ਕੀਰਤਨ ਸੁਣਨ ਵਾਲੇ ਸਰੋਤੇ ਆਉਂਦੇ ਹਨ, ਕਦੇ ਉਹਨਾਂ ਨੂੰ ਉਹ ਜਿਹੜਾ ਸ਼ਬਦ ਗਾਇਆ ਜਾ ਰਿਹਾ ਉਹਦਾ ਮਤਲਬ ਪੁੱਛ ਲੈਣਾ। ਸਾਰੀ ਉਮਰ ਸੁਣਦਿਆਂ ਹੋ ਗਈ ਹੈ,
ਤੇ ਉਹਦਾ ਮਤਲਬ ਪੁੱਛ ਲੈਣਾ, ਮਤਲਬ ਨਹੀਂ ਦੱਸ ਸਕਣਗੇ। ਕਾਰਨ ਬਸ ਉਤੋਂ ਕੰਨ ਰਸ ਤੱਕ ਅਸੀਂ ਸੀਮਤ ਹਾਂ। ਹੈਨ ਵਿਰਲੇ ਹੈਗੇ ਨੇ ਵਿੱਚ ਸੰਗਤ ਦੇ ਵਿੱਚ, ਬੜੇ ਬੜੇ ਡੂੰਘੇ ਸੂਝ ਵਾਲੇ ਵੀ ਹੁੰਦੇ ਨੇ, ਪਰ ਬਹੁਤੇ ਚੋਪੜੀ ਪ੍ਰੀਤ ਵਾਲੇ ਨੇ। ਕਥਾ ਵੀ ਉਤੋਂ ਸੁਣੀ, ਵਾਹ ਜੀ ਵਾਹ, ਬਸ ਅੰਦਰੋਂ ਨਹੀਂ ਜੁੜੇ। ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਦਰਵੇਸ਼ੀ ਗਾਖੜੀ, ਦਰਵੇਸ਼ੀ ਜਿਹੜੀ ਹੈ ਫਕੀਰੀ ਪੁਣਾ ਬੜਾ ਗਾਖੜਾ ਹੈ। ਚੋਪੜੀ ਪ੍ਰੀਤ, ਪਰ ਤੂੰ ਉੱਪਰੋਂ ਚੋਪੜੀ ਪ੍ਰੀਤ ਕਰਦਾ। ਐਵੇਂ ਕੀਰਤਨ ਹੋ ਰਿਹਾ, ਬੜਾ ਸਿਰ ਹਿਲਾਉਂਦੇ ਨੇ, ਕਥਾ ਹੋਵੇ, ਵਾਹ ਜੀ ਵਾਹ, ਆਨੰਦ ਆ ਗਿਆ, ਪਰ ਸਾਧਨਾ ਕੋਈ ਹੈ ਨਹੀਂ, ਕੋਈ ਆਪਣੀ ਸਾਧਨਾ ਨਹੀਂ ਹੈ। ਇੱਦਾਂ ਉਹ ਬਖਸ਼ਿਸ਼ਾਂ ਨਹੀਂ ਮਿਲਦੀਆਂ, ਉਹ ਰੱਬੀ ਰਹਿਮਤ ਨਹੀਂ ਮਿਲਦੀ ਜੋ ਮਿਲਣੀ ਚਾਹੀਦੀ ਹੈ। ਜਿਸ ਵਾਸਤੇ ਆਪਾਂ ਸੰਗਤ ਕਰ ਰਹੇ ਹਾਂ, ਕਥਾ ਕੀਰਤਨ ਸੁਣ ਰਹੇ ਹਾਂ, ਬਾਣੀ ਪੜ੍ਹ ਰਹੇ ਹਾਂ, ਉਸ ਪੱਖ ਤੋਂ ਵਿਰਵੇ ਰਹਿ ਜਾਂਦੇ ਹਾਂ। ਸਾਨੂੰ ਕੋਈ ਪੁੱਛ ਲਵੇ ਸ਼ਬਦ ਦੇ ਅਰਥ, ਸਾਨੂੰ ਪਤਾ ਹੀ ਨਹੀਂ ਹੈ। ਆਪਾਂ ਗੁਰੂ ਦੇ ਸਿੱਖ ਹਾਂ। ਜਪਜੀ ਸਾਹਿਬ ਬੜੀ ਆਪਾਂ ਕਹਿੰਦੇ ਹਾਂ ਸੌਖੀ ਬਾਣੀ ਹੈ ਨਾ। ਆਪਾਂ ਗੁਰੂ ਘਰ ਚੋਂ ਬਾਹਰ ਨਿਕਲੀਏ, ਕੋਈ ਆਪਾਂ ਨੂੰ ਪੁੱਛ ਲੇ, ਜਪਜੀ ਸਾਹਿਬ ਜੀ ਇਸ ਪੌੜੀ ਦਾ ਅਰਥ ਦੱਸੋ, ਆਪਾਂ ਦੱਸ ਨਹੀਂ ਸਕਾਂਗੇ, ਕਿਉਂਕਿ ਆਪਾਂ ਕਹਾਂਗੇ ਇਹ ਤਾਂ ਭਾਈ ਸਾਹਿਬ ਨੂੰ ਪੁੱਛੋ ਜਾ ਕੇ, ਸਾਨੂੰ ਨਹੀਂ ਪਤਾ। ਸਾਨੂੰ ਸਾਰਿਆਂ ਨੂੰ ਹੀ ਇਹ ਚੀਜ਼ ਆਉਣੀ ਚਾਹੀਦੀ ਹੈ। ਤਾਂ ਪਾਤਸ਼ਾਹ ਜੀ ਕਹਿੰਦੇ, ਜਿਉਂ ਤਨ ਕੋਲੂ ਪੀੜੀਐ, ਇੰਨੀ ਸਾਧਨਾ ਹੋਵੇ। ਕੋਲੂ ਪੀੜਨ ਤੋਂ ਭਾਵ ਹੈ ਬੜੀ ਬਰੀਕ ਸਾਧਨਾ ਹੋਵੇ। ਜਿਵੇਂ ਸਭ ਨਾਲੋਂ ਜ਼ਿਆਦਾ ਬਰੀਕ ਕੋਲੂ ਹੀ ਹੈ, ਚੱਕੀ ਹੈ, ਹੋਰ ਹਨ, ਪਰ ਸਭ ਨਾਲੋਂ ਬਰੀਕ ਮਸ਼ੀਨ ਕੋਲੂ ਹੈ, ਜਿਹਦੇ ਵਿੱਚ ਤਿਲਾਂ ਦਾ ਵੀ ਤਿਲ ਨਿਕਲ ਜਾਂਦਾ ਹੈ। ਵੀ ਇੰਨੀ ਤੇਰੀ ਬਰੀਕ ਸਾਧਨਾ ਹੋਵੇ, ਇੰਨਾ ਸੰਜਮ ਹੋਵੇ ਜੀਵਨ ਦਾ, ਬੋਲਣ ਦਾ, ਖਾਣ ਦਾ, ਪੀਣ ਦਾ, ਕਿ ਰਤ ਨਾ ਭੋਰੀ ਢੇਰ, ਅੰਚਕ ਮਾਤਰ ਵੀ ਜੀਵਨ ਦੀ ਲਾਲਸਾ ਨਾ ਹੋਵੇ, ਤਾਂ ਰੱਬ ਮਿਲੇਗਾ, ਤਾਂ ਗੁਰੂ ਦਾ ਸਿੱਖ ਬਣੇਗਾ। ਤੂੰ ਗੁਰੂ ਦਾ ਸਿੱਖ ਬਣਨਾ ਕੋਈ ਸੌਖੀ ਗੱਲ ਪਈ ਹੈ? ਆਪਾਂ ਅਖਬਾਰ 'ਤੇ ਲੈਂਦੇ ਹਾਂ ਸਿੱਖ ਜਾਂ ਖਾਲਸਾ ਸ਼ਬਦ, ਬੜਾ ਔਖਾ ਹੈ। ਜੀਓ ਵੰਜੈ ਚੋਖਨੀਐ, ਸੱਚੇ ਸੰਦੜੈ ਨੇ। ਤੇ ਆਪਣੀ ਜਿੰਦ ਵੀ ਵਾਹਿਗੁਰੂ ਦੇ ਪਿਆਰ ਤੋਂ ਵਾਰ ਦੀਏ। ਜਿੱਥੇ ਲੋੜ ਪੈ ਜਾਵੇ, ਤਾਂ ਆਪਣਾ ਜੀਵਨ ਵੀ ਗੁਰੂ ਤੋਂ, ਰੱਬ ਤੋਂ ਸਦਕੇ ਕਰ ਦਈਏ। ਇਸ ਤਰ੍ਹਾਂ ਦੇ ਬੜੇ ਗੁਰਸਿੱਖ ਪਹਿਲਾਂ ਵੀ ਹੋਏ ਹਨ, ਹੁਣ ਵੀ ਹੋਏ ਹਨ। ਆਮ ਜਿਹੜੇ ਕਈ ਦਾਅਵਾ ਕਰਦੇ ਨੇ, ਜਦੋਂ ਲੋੜ ਪੈਂਦੀ ਉਹ ਤਾਂ ਪਿੱਛੇ ਛੁਪ ਜਾਂਦੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਨਾਨਕ ਮੇਲ ਨਾ ਚੁਕਾਈ ਰਾਤੀ ਅਤੇ ਡੇ। ਜਿਨ੍ਹਾਂ ਨੇ ਇੰਨੀ ਸਾਧਨਾ ਕੀਤੀ ਹੈ, ਉਹਨਾਂ ਦਾ ਫਿਰ ਰੱਬ ਨਾਲ ਮਿਲਾਪ ਹੋ ਜਾਂਦਾ ਹੈ। ਦਿਨ ਰਾਤ ਇੱਕ ਸੁਰ ਜੀਵਨ ਹੋ ਜਾਂਦਾ ਹੈ। ਉਹਨਾਂ ਦਾ ਕਦੇ ਰੱਬ ਤੋਂ ਵਿਛੋੜਾ ਨਹੀਂ ਪੈਂਦਾ, ਉਹਨਾਂ ਦਾ ਗੁਰੂ ਨਾਲੋਂ ਕਦੇ ਵਿਛੋੜਾ ਨਹੀਂ ਪੈਂਦਾ। ਗੁਰ ਮੇਰੇ ਸੰਗ ਸਦਾ ਹੈ ਨਾਲੇ। ਉਹ ਫਿਰ ਇਹ ਦਾਅਵੇ ਨਾਲ ਕਹਿ ਦਿੰਦੇ ਨੇ, ਗੁਰੂ ਮੇਰੇ ਨਾਲ ਵਰਤ ਰਿਹਾ ਹੈ। ਜਿਵੇਂ ਭਾਈ ਤਾਰੂ ਸਿੰਘ ਜੀ ਨੂੰ, ਜਿਨ੍ਹਾਂ ਦੀ ਖੋਪਰੀ ਉਤਰਾਈ ਗਈ ਸੀ ਨਾ, ਜਦੋਂ ਉਹਨਾਂ ਨੂੰ ਪਕੜ ਲਿਆ ਤੇ ਜ਼ਕਰੀਆ ਖਾਂ ਕਹਿਣ ਲੱਗਾ ਕੇਸਾਂ ਬਾਰੇ, ਵੀ ਜੋ ਭਾਈ ਤਾਰੂ ਸਿੰਘ ਕਹਿਣ ਲੱਗਾ, ਮੇਰਾ ਗੁਰੂ, ਉਹਦੇ ਚਰਨਾਂ ਵਿੱਚ ਮੇਰੀ ਅਰਦਾਸ ਹੈ, ਮੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਵੇ। ਕਹਿੰਦੇ ਤੈਨੂੰ ਮਾਰ ਦਿਆਂਗੇ, ਤੂੰ ਧਰਮ ਕਬੂਲ ਕਰ ਲੈ, ਇਸਲਾਮ ਕਬੂਲ ਕਰ ਲੈ, ਜੇ ਨਹੀਂ ਤੇ ਫਿਰ ਵੇਲਾ ਮਰਨ ਵਾਸਤੇ ਤਿਆਰ ਹੋ ਜਾ। ਜੇ ਸਾਡੇ ਇਸਲਾਮ ਮਤ ਨੂੰ ਕਬੂਲ ਕਰ ਲਏ। ਨੌਜਵਾਨ 25 ਸਾਲ ਦੀ ਉਮਰ ਸੀ ਭਾਈ ਤਾਰੂ ਸਿੰਘ ਦੀ। ਕਹਿੰਦੇ ਤੈਨੂੰ ਸੁੰਦਰ ਇਸਲਾਮ ਮਤ ਦੀਆਂ ਜਿਹੜੀਆਂ ਲੜਕੀਆਂ ਨੇ ਉਹਨਾਂ ਨਾਲ ਵਿਆਹ ਦੇਵਾਂਗੇ, ਸੁੰਦਰ ਤੋਂ ਸੁੰਦਰ ਲੜਕੀਆਂ ਨਾਲ ਤੇਰਾ ਵਿਆਹ ਕਰਾਂਗੇ, ਤੈਨੂੰ ਜ਼ਮੀਨ ਜਾਇਦਾਦ ਦੇਵਾਂਗੇ, ਸੂਬੇਦਾਰੀ ਦੇ ਦੇਵਾਂਗੇ। ਪਰ ਭਾਈ ਤਾਰੂ ਸਿੰਘ ਕਹਿੰਦਾ, ਨਹੀਂ, ਮੈਨੂੰ ਗੁਰੂ ਦੀ ਸਿੱਖੀ ਸਭ ਨਾਲੋਂ ਜ਼ਿਆਦਾ ਪਿਆਰੀ ਹੈ।
ਤੇ ਮੇਰੀ ਇਹੀ ਅਰਦਾਸ ਹੈ, ਮੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਵੇ। ਕਹਿਣ ਲੱਗੇ ਜੇ ਇੰਨਾ ਹੀ ਹੈ, ਜਿਹੜੇ ਕੇਸਾਂ ਦੀ ਤੂੰ ਗੱਲ ਕਰਦਾ ਹੈ ਨਾ, ਜੋ ਇਤਿਹਾਸ ਵਿੱਚ ਵਚਨ ਲਿਖੇ ਨੇ, ਕਹਿੰਦੇ ਜ਼ਕਰੀਆ ਖਾਨ ਕਹਿਣ ਲੱਗਾ ਜੁੱਤੀਆਂ ਮਾਰ ਮਾਰ ਕੇ ਤੇਰੇ ਕੇਸ ਹੀ ਲਾਵਾਂਗਾ। ਭਾਈ ਤਾਰੂ ਸਿੰਘ ਜੀ ਕਹਿੰਦੇ ਮੂਰਖਾ, ਮੇਰੇ ਕੇਸਾਂ ਦੀ ਰੱਖਿਆ ਕਰਨ ਵਾਲਾ ਮੇਰਾ ਕਲਗੀਧਰ ਪਾਤਸ਼ਾਹ ਹੈ, ਮੇਰਾ ਗੁਰੂ ਹੈ, ਉਹ ਮੇਰੀ ਰੱਖਿਆ ਕਰੇਗਾ। ਤੋ ਬੜੇ ਯਤਨ ਕੀਤੇ, ਜਦੋਂ ਕੇਸ ਨਾ ਕੱਟੇ ਗਏ ਨਾ ਤਾਂ ਖੋਪਰੀ ਜਿਹੜੀ ਹੈ ਉਹ ਫਿਰ ਭਾਈ ਤਾਰੂ ਸਿੰਘ ਦੀ ਲਾਈ ਗਈ। ਤੇ ਵੇਖੋ ਭਾਈ ਤਾਰੂ ਸਿੰਘ, ਪਤਾ ਹੈ ਨਾ ਗੁਰੂ ਮੇਰੇ ਨਾਲ ਆ, ਕਹਿੰਦਾ ਕੋਈ ਗੱਲ ਨਹੀਂ, ਇਹ ਸਰੀਰ ਨੇ ਤੇ ਇੱਕ ਦਿਨ ਮੁੱਕਣਾ ਹੀ ਹੈ, ਇਹਨੂੰ ਭਾਵੇਂ ਖੋਲੋ ਚੋਂ ਪੀੜ ਦਿਓ, ਕੋਈ ਗੱਲ ਨਹੀਂ, ਪਰ ਮੇਰਾ ਗੁਰੂ ਨਾਲੋਂ ਪ੍ਰੇਮ ਨਾ ਟੁੱਟੇ। ਲੋਕ ਪੜ੍ਹਦੇ ਆਮ ਪਿੰਡਾਂ ਦੇ ਵਿੱਚ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਤਾਂ ਜਿਵੇਂ ਭਾਈ ਤਾਰੂ ਸਿੰਘ ਦੀ ਖੋਪੜੀ ਉਤਾਰੀ ਗਈ ਨਾ, ਬਾਹਰ ਟੋਭਾ ਸੀ ਸ਼ਹਿਰ ਦੇ, ਉੱਥੇ ਸੁੱਟ ਆਏ। ਇੱਧਰ ਜ਼ਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ ਪੈ ਗਿਆ। ਬੜੇ ਉਪਚਾਰ ਕੀਤੇ ਤਾਂ ਜਦੋਂ ਕੋਈ ਇਲਾਜ ਨਹੀਂ ਹੁੰਦਾ, ਕਿਸੇ ਸਿਆਣੇ ਬੰਦੇ ਨੇ ਕਿਹਾ ਤੂੰ ਇੱਕ ਸਿੰਘ ਪੂਰਨ ਸਿੰਘ ਦੇ ਕੇਸ ਉਤਰਾਏ, ਖੋਪੜੀ ਉਤਰਵਾਈ ਹੈ। ਉਹਨੇ ਬਚਨ ਕੀ ਆਖੇ ਸੀ? ਭਾਈ ਤਾਰੂ ਸਿੰਘ ਨੇ ਆਖਿਆ ਤੂੰ ਕੇਸਾਂ ਨੂੰ ਜੁੱਤੀ ਮਾਰਨ ਦੀ ਗੱਲ ਕਰਦਾ ਹੈ, ਯਾਦ ਰੱਖ ਮੈਂ ਆਪਣੀ ਜੁੱਤੀ ਦੀ ਨੋਕ ਅੱਗੇ ਤੈਨੂੰ ਪਹਿਲਾਂ ਨਰਕਾਂ ਨੂੰ ਭੇਜਾਂਗਾ। ਪੰਥ ਪ੍ਰਕਾਸ਼ ਦੇ ਵਿੱਚ ਇਹ ਵੀ ਬਚਨ ਲਿਖੇ ਨੇ ਕਿ ਜਿਹੜਾ ਤੇਰਾ ਕੋਈ ਪੈਗੰਬਰ, ਤੇਰਾ ਬਲੀ ਵੀ ਅੱਗੇ ਤੈਨੂੰ ਬਚਾਉਣ ਵਾਸਤੇ ਆਵੇਗਾ ਨਾ, ਉਹਨੂੰ ਵੀ ਨਰਕਾਂ ਵਿੱਚ ਸੁੱਟਾਂਗੇ। ਇੰਨਾ ਦਾਵਾ ਸਿੱਖ ਦੇ ਅੰਦਰ, ਇੰਨਾ ਸਿੱਖ ਗੁਰੂ ਦੇ ਨੇੜੇ। ਕਹਿੰਦੇ ਜਿਹੜਾ ਕੋਈ ਤੇਰਾ ਬਲੀ, ਪੀਰ, ਪੈਗੰਬਰ ਤੇਰੀ ਮਦਦ ਕਰਨ ਵਾਸਤੇ ਆਵੇਗਾ, ਉਹਨੂੰ ਵੀ ਮੈਂ ਨਰਕਾਂ ਵਿੱਚ ਸੁੱਟਾਂਗਾ। ਇੰਨੀ ਪਾਵਰ ਸਿੱਖ ਦੇ ਅੰਦਰ। ਕਹਿੰਦੇ ਜੁੱਤੀ ਦੀ ਨੋਕ ਅੱਗੇ ਲਾ ਕੇ, ਪਹਿਲਾਂ ਤੈਨੂੰ ਆਪਣੀ ਜੁੱਤੀ ਦੀ ਨੋਕ ਅੱਗੇ ਲਾ ਕੇ ਪਹਿਲਾਂ ਤੈਨੂੰ ਨਰਕਾਂ ਨੂੰ ਭੇਜਾਂਗਾ, ਫਿਰ ਸੱਚਖੰਡ ਨੂੰ ਜਾਵਾਂਗਾ। ਕਿੰਨਾ ਸਿੱਖ ਨੇੜੇ ਹੋਵੇਗਾ ਭਾਈ ਤਾਰੂ ਸਿੰਘ, ਕਿੰਨੀ ਸਿੱਖੀ ਕਮਾਈ ਹੋਵੇਗੀ। ਤਾਂ ਖਾਲਸਾ ਪੰਥ ਦੇ ਕੋਲ ਗੱਲ ਚਲੀ ਗਈ। ਖਾਲਸਾ ਪੰਥ ਕਹਿਣ ਲੱਗਾ ਵੀ ਜੋ ਭਾਈ ਤਾਰੂ ਸਿੰਘ ਨੇ ਕਿਹਾ ਸੀ ਉਹ ਬਚਨ ਨਹੀਂ ਮੋੜ ਸਕਦੇ। ਹਾਂ ਇੱਦਾਂ ਕਰੋ, ਭਾਈ ਤਾਰੂ ਸਿੰਘ ਦੀ ਜੁੱਤੀ ਲੈ ਜਾਵੋ, ਉਹਦੇ ਸਿਰ ਵਿੱਚ ਮਾਰੋ, ਉਹਨੂੰ ਕੁਝ ਆਰਾਮ ਮਿਲ ਜਾਵੇਗਾ। ਜੁੱਤੀ ਲਿਆਂਦੀ ਬਾਜ਼ਾਰ ਵਿੱਚੋਂ, ਭਾਈ ਤਾਰੂ ਸਿੰਘ ਦੇ ਚਰਨਾਂ ਵਿੱਚ ਪਾਈ। ਉਹ ਫਿਰ ਲੈ ਕੇ ਗਏ, ਜਾ ਕੇ ਜਿਵੇਂ ਜ਼ਕਰੀਆ ਖਾਨ ਦੇ ਸਿਰ ਵਿੱਚ ਮਾਰਦੇ ਨੇ, ਉਹਨੂੰ ਪਿਸ਼ਾਬ ਆਉਂਦਾ ਤੇ ਸੁੱਖ ਮਿਲਦਾ ਹੈ। ਕਹਿੰਦਾ ਹੋਰ ਜ਼ੋਰ ਨਾਲ ਮਾਰੋ। 22ਵੇਂ ਦਿਨ ਜਿਹੜਾ ਹੈ ਜ਼ਕਰੀਆ ਖਾਨ ਮਰਦਾ ਹੈ, ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਖਾ ਖਾ ਕੇ। ਜੁੱਤੀਆਂ ਨਾਲ ਹੀ ਉਹਦੀ ਮੌਤ ਹੁੰਦੀ ਹੈ। ਜਦੋਂ ਭਾਈ ਤਾਰੂ ਸਿੰਘ ਨੂੰ ਪਤਾ ਲੱਗਾ, 22 ਦਿਨ ਵੇਖੋ ਖੋਪੜੀ ਤੋਂ ਬਿਨਾਂ ਰਹੇ ਨੇ, ਬਾਣੀ ਪੜ੍ਹਦੇ ਰਹੇ ਨੇ, ਸਿਮਰਨ ਕਰਦੇ ਰਹੇ ਨੇ। ਜਿਹੜੇ ਲਾਹੌਰ ਦੇ ਹੋਰ ਸਿੱਖ ਸੀ ਉਹ ਭਾਈ ਤਾਰੂ ਸਿੰਘ ਨੂੰ ਧਰਮਸ਼ਾਲਾ ਵਿੱਚ ਲੈ ਗਏ ਤੇ ਸਿਰ ਤੇ ਪੱਟੀ ਕਰ ਦਿੱਤੀ। ਪਰ ਭਾਈ ਤਾਰੂ ਸਿੰਘ ਨੇ ਨਹੀਂ, ਭਾਈ ਸਾਡਾ ਸਮਾਂ ਆ ਗਿਆ ਸੱਚਖੰਡ ਜਾਣ ਨੂੰ, ਬਾਣੀ ਪੜ੍ਹੋ ਵੱਧ ਤੋਂ ਵੱਧ। ਆਪ ਵੀ ਬਾਣੀ ਦੇ ਵਿੱਚ ਸੁਰਤ ਜੋੜੀ ਹੋਈ। ਜਦੋਂ ਪਤਾ ਲੱਗਾ ਜ਼ਕਰੀਆ ਖਾਨ ਮਰ ਗਿਆ ਹੈ, ਨਰਕਾਂ ਵਿੱਚ ਚਲਾ ਗਿਆ ਹੈ, ਫਿਰ ਭਾਈ ਤਾਰੂ ਸਿੰਘ ਨੇ ਸਰੀਰ ਆਪਣਾ ਛੱਡਿਆ। ਇੰਨਾ ਪਿਆਰ ਗੁਰੂ ਦੇ ਨੇੜੇ ਇੰਨਾ ਹੋ ਗਿਆ ਵੀ ਉਹ ਦਾਅਵਾ ਕਰ ਸਕਦਾ ਵੀ ਇਹ ਕੁਝ ਹੋ ਜਾਏਗਾ। ਕਿਉਂਕਿ ਜਦੋਂ ਕੋਈ ਬੰਦਾ ਕਿਸੇ ਨਾਲ ਜੁੜ ਗਿਆ ਨਾ, ਫਿਰ ਉਹਦੇ ਅੰਦਰ ਉਹਨੂੰ ਪਤਾ ਹੁੰਦਾ ਵੀ ਇਹ ਮੇਰਾ ਸਾਥ ਦੇਵੇਗਾ। ਆਪਾਂ ਕਿਸੇ ਨਾਲ ਜੁੜਿਆ ਨਾ, ਕਿਸੇ ਆਮ ਦੁਨਿਆਵੀ ਬੰਦੇ ਨਾਲ ਵੀ, ਤਾਂ ਆਪਾਂ ਨੂੰ ਪਤਾ ਹੁੰਦਾ ਹੈ ਉਹ ਤਾਂ ਹੋ ਸਕਦਾ ਜੇ ਭੱਜ ਜਾਵੇ, ਪਰ ਜਿਹੜਾ ਗੁਰੂ ਨਾਲ ਜੁੜ ਗਿਆ, ਗੁਰੂ ਉਹਨੂੰ ਇੰਨੀ ਪਾਵਰ ਦੇ ਦਿੰਦਾ, ਇੰਨੀ ਸਮਰੱਥਾ ਦਾ ਮਾਲਕ ਬਣਾ ਦਿੰਦਾ, ਜੋ ਚਾਹਵੇ ਉਹ ਕਰ ਸਕਦਾ ਹੈ। ਮਹਾਰਾਜ ਕਹਿੰਦੇ ਆਪਣੀ ਜਿੰਦ ਵੀ ਵਾਰ ਦੇਵਾਂ ਗੁਰੂ ਤੋਂ, ਰੱਬ ਤੋਂ, ਅਤੇ ਐਸਾ ਫਿਰ ਨਾਨਕ ਮੇਲ ਨਾ ਚੁੱਕਈ ਰਾਤੀ ਅਤੇ ਡੇ। ਜਦੋਂ ਕੋਈ ਇੰਨੀ ਸਾਧਨਾ ਕਰ ਲੈਂਦਾ, ਇੰਨਾ ਪਿਆਰ ਕਰਦਾ, ਰੱਬ ਦਾ ਮਿਲਾਪ ਹੋ ਜਾਂਦਾ ਹੈ, ਦਿਨ ਰਾਤ ਉਹ ਪ੍ਰੇਮ ਕਦੇ ਖਤਮ ਨਹੀਂ ਹੋ ਸਕਦਾ, ਉਹ ਮਿਲਾਪ ਕਦੇ ਖਤਮ ਨਹੀਂ ਹੋ ਸਕਦਾ। ਸਿੱਖ ਹਰ ਸਮੇਂ ਗੁਰੂ ਦੇ ਸ਼ਬਦ ਦੇ ਆਨੰਦ ਵਿੱਚ ਹੁੰਦਾ ਹੈ, ਉਹ ਕਿਸੇ ਵੀ ਥਾਂ 'ਤੇ ਹੋਵੇ, ਕਿਸੇ ਅਵਸਥਾ ਦੇ ਵਿੱਚ ਹੋਵੇ।
ਉਹਦੇ ਸਰੀਰ ਨੂੰ ਭਾਵੇਂ ਕੋਈ ਰੋਗ ਵੀ ਲੱਗ ਗਿਆ ਹੈ, ਪਰ ਫਿਰ ਵੀ ਸਿੱਖ ਅੰਦਰੋਂ ਸੁਰਤ ਕਰਕੇ ਗੁਰੂ ਦੇ ਸ਼ਬਦ ਦੇ ਆਨੰਦ ਵਿੱਚ ਹੁੰਦਾ ਹੈ। ਮਹਾਰਾਜ ਅੱਗੇ ਬਚਨ ਕਰਦੇ ਨੇ, ਮਹੱਲਾ ਤੀਜਾ। ਗੁਰੂ ਅਮਰਦਾਸ ਮਹਾਰਾਜ, ਸੱਜਣ ਮੈਂਡਾ ਰੰਗ ਲਾਏ ਮਨ ਲੈ। ਉਹ ਗੁਰਮੁਖ ਜਿਹੜਾ ਰੱਬ ਦੇ ਇੰਨੇ ਨੇੜਾ ਹੋ ਗਿਆ, ਉਹ ਦਾਵਾ ਨਹੀਂ ਕਰਦਾ ਵੀ ਇਹ ਮੈਂ ਸਾਧਨਾ ਕੀਤੀ। ਸਾਧਨਾ ਤਾਂ ਉਹਨੇ ਕੀਤੀ ਹੁੰਦੀ ਹੈ, ਪਰ ਉਹ ਦਾਵਾ ਨਹੀਂ ਕਰਦਾ। ਉਹ ਕਹਿੰਦਾ ਸੱਜਣ ਮੇਰਾ ਰੰਗਲਾ ਵਾਹਿਗੁਰੂ ਪਰਮਾਤਮਾ, ਸੱਜਣ ਮੈਂਡਾ ਰੰਗਲਾ। ਉਹ ਮੇਰਾ ਵਾਹਿਗੁਰੂ ਆਪ ਰੰਗਲਾ, ਪ੍ਰੇਮ ਵਾਲਾ ਹੈ, ਬੜੀ ਬਖਸ਼ਿਸ਼ ਵਾਲਾ ਹੈ। ਰੰਗ ਲਾਏ ਮਨ ਲੈ, ਉਹੀ ਸਾਡੇ ਮਨ ਨੂੰ ਰੰਗ ਲਾਉਂਦਾ ਹੈ ਬੰਦਗੀ ਦਾ, ਪ੍ਰੇਮ ਭਗਤੀ ਦਾ। ਆਪਾਂ ਆਪਣੇ ਆਪ ਨਹੀਂ ਦਾਵਾ ਨਹੀਂ ਕਰਦਾ, ਭਾਵ ਸਿੱਖ ਕਦੇ ਹੰਕਾਰ ਨਹੀਂ ਕਰਦਾ। ਜਿਉ ਮਜਿਠੈ ਕੱਪੜੇ ਰੰਗੇ ਪੀ ਪਾਹੇ। ਜਿਵੇਂ ਕੱਪੜਿਆਂ ਨੂੰ ਮਜੀਠ ਦਾ ਪੱਕਾ ਰੰਗ ਚੜਾਇਆ ਜਾਂਦਾ। ਦੋ ਤਰ੍ਹਾਂ ਦੀਆਂ ਵੇਲਾਂ ਮਸ਼ਹੂਰ ਨੇ, ਇੱਕ ਮਜੀਠ ਦੀ ਵੇਲ ਹੁੰਦੀ ਹੈ, ਇੱਕ ਕੁਸੰਬੇ ਦੀ ਵੇਲ ਹੁੰਦੀ ਹੈ। ਕੁਸੰਬੇ ਦਾ ਰੰਗ ਦੂਰੋਂ ਉਹਦੇ ਫੁੱਲ ਖਿੜਨ ਨਾ ਵੇਲ ਦੇ ਕੁਸੰਬੇ ਦੇ, ਉਹ ਬੜੇ ਮਨ ਨੂੰ ਲੁਭਾਏਮਾਨ ਕਰਦੇ ਨੇ, ਪਰ ਉਹ ਕੱਚਾ ਰੰਗ ਹੁੰਦਾ। ਕੱਚਾ ਰੰਗ ਕੁਸੁੰਭ ਕਾ ਪਾਣੀ ਧੋਤੇ ਥਿਰ ਨਾ ਰਹੋਈ, ਭਾਈ ਗੁਰਦਾਸ ਜੀ ਲਿਖਦੇ ਨੇ। ਉਹ ਰੰਗ ਛੇਤੀ ਲੈ ਜਾਂਦਾ ਹੈ। ਕੱਚਾ ਰੰਗ ਹੁੰਦਾ, ਇੱਕ ਪੱਕਾ ਰੰਗ ਹੁੰਦਾ। ਕੱਪੜਾ ਪਾੜ ਜਾਏਗਾ ਪਰ ਉਹ ਰੰਗ ਨਹੀਂ ਉਤਰਦਾ। ਇਸੇ ਤਰ੍ਹਾਂ ਇਹ ਮਜੀਠਾ ਜਿਹੜਾ ਭਗਤੀ ਦਾ ਰੰਗ ਹੈ, ਜਿਉ ਮਜਿਠੇ ਕੱਪੜੇ ਰੰਗੇ ਭੀ ਪਾਹੇ, ਪਰ ਉਹਨੂੰ ਪਹਿਲਾਂ ਪਹੁ ਦੇਣੀ ਪੈਂਦੀ ਹੈ। ਜੇ ਪੱਕਾ ਰੰਗ ਚੜਾਉਣਾ ਨਾ, ਕੱਪੜੇ ਨੂੰ ਪਹਿਲਾਂ ਪਹੁ ਦੇਣੀ ਪੈਂਦੀ ਹੈ। ਫਟਕੜੀ ਆਦਿਕ ਦੀ ਨਾ ਪਾਣ ਦਿੱਤੀ ਜਾਂਦੀ, ਕੱਪੜੇ ਨੂੰ ਪਾਣੀ ਵਿੱਚ ਨਾ ਗਰਮ ਵਿੱਚ ਉਬਾਲਿਆ ਜਾਂਦਾ ਹੈ, ਉਹਨੂੰ ਕਹਿੰਦੇ ਪਹੁ ਦੇਣੀ। ਇਸੇ ਤਰ੍ਹਾਂ ਗੁਰਮੁਖੋ ਜਿਹੜੀ ਆਪਣੇ ਜਦੋਂ ਆਪਾਂ ਬੰਦਗੀ ਕਰਦੇ ਹਾਂ, ਕਈ ਵਾਰ ਕੋਈ ਦੁੱਖ ਆ ਗਿਆ, ਕਦੇ ਕੁਝ ਹੋ ਗਿਆ, ਉਦੋਂ ਡੋਲਣਾ ਨਹੀਂ ਹੈ, ਕਿਉਂਕਿ ਉਹ ਗੁਰੂ ਵੱਲੋਂ ਸਾਡੀ ਭਗਤੀ, ਸਾਡੀ ਸਾਧਨਾ ਨੂੰ ਪਹੁ ਦਿੱਤੀ ਜਾ ਰਹੀ ਹੁੰਦੀ ਹੈ। ਸਾਧਨਾ ਕਰਦਿਆਂ, ਜੀਵਨ ਜੀਵਦਿਆਂ ਕਦੀ ਦੁੱਖ, ਕਦੇ ਸੁੱਖ, ਕਦੇ ਚੜ੍ਹਾਅ, ਅਮੀਰੀ ਗਰੀਬੀ ਆਉਂਦੀ ਹੈ ਤੇ ਬੰਦਾ ਡੋਲ ਜਾਂਦਾ। ਕਦੇ ਕਹਿੰਦਾ ਛੱਡੋ ਪਰਾਂ, ਗੁਰਦੁਆਰੇ ਕੀ ਜਾਣਾ ਹੈ, ਕੀ ਬਾਣੀ ਪੜ੍ਹਨੀ, ਮੇਰੇ ਨਾਲ ਤੇ ਇਹ ਕੁਝ ਹੋ ਗਿਆ, ਹੁਣ ਨਹੀਂ ਮੈਂ ਬਾਣੀ ਪੜ੍ਹਨੀ, ਮੈਂ ਨਹੀਂ ਹੁਣ ਗੁਰਦੁਆਰੇ ਜਾਣਾ। ਅਸਲ ਵਿੱਚ ਜਦੋਂ ਕੋਈ ਸਾਧਨਾ ਕਰਦਾ ਤੇ ਫਿਰ ਉਹ ਇਹ ਪਹੁ ਹੈ, ਇਹ ਪਾਣ ਦਿੱਤੀ ਜਾਂਦੀ ਦੁੱਖ ਦੀ ਪਹਿਲਾਂ, ਕਿ ਇਹਦੇ ਵਿੱਚੋਂ ਪਾਸ ਹੁੰਦਾ, ਕਿਉਂਕਿ ਉੱਤੇ ਭਗਤੀ ਦਾ ਰੰਗ ਪੱਕਾ ਚੜ੍ਹਨਾ ਹੈ ਤੇ ਪਹਿਲਾਂ ਪਾਣ ਦਿੱਤੀ ਜਾਂਦੀ ਹੈ। ਤੋ ਮਹਾਰਾਜ ਪ੍ਰਮਾਣ ਕਰਦੇ, ਨਾਨਕ ਰੰਗ ਨਾ ਉਤਰੈ ਬੀਆ ਨਾ ਲੱਗੈ। ਕਿ ਜਿਨ੍ਹਾਂ ਨੂੰ ਇਹ ਭਗਤੀ ਦਾ ਰੰਗ ਇੱਕ ਵਾਰੀ ਚੜ੍ਹ ਗਿਆ, ਉਹਨਾਂ ਨੂੰ ਫਿਰ ਦੂਜਾ ਰੰਗ ਕਦੇ ਨਹੀਂ ਲੱਗ ਸਕਦਾ। ਇਹ ਰੰਗ ਕਦੇ ਉਤਰਦਾ ਨਹੀਂ ਹੈ ਤੇ ਦੂਜੇ ਵਿੱਚ ਉਹਨਾਂ ਦਾ ਪ੍ਰੇਮ ਹੁੰਦਾ ਨਹੀਂ। ਪੌੜੀ ਹਰਾ ਵਰਤੈ ਆਪ ਹਰਾ ਬੁਲਾਏਂਦਾ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਸ਼ਬਦ ਹੈ, ਉਹਨਾਂ ਦੇ ਵਿੱਚ ਆਪ ਹੀ ਵਾਹਿਗੁਰੂ ਵਰਤਦਾ ਹੈ, ਫਿਰ ਆਪ ਹੀ ਉਹਨਾਂ ਕੋਲੋਂ ਬੋਲ ਬੁਲਾਉਂਦਾ ਹੈ। ਹਰ ਆਪੇ ਸ੍ਰਿਸ਼ਟ ਸਵਾਰ ਸਿਰ ਧੰਦਾ ਲਾਏਂਦਾ। ਆਪ ਹੀ ਵਾਹਿਗੁਰੂ ਸਾਰੀ ਸ੍ਰਿਸ਼ਟੀ ਨੂੰ ਸਵਾਰਨ ਵਾਲਾ ਹੈ, ਸਾਰੇ ਜੀਵਾਂ ਨੂੰ ਧੰਦੇ ਲਾਉਣ ਵਾਲਾ ਹੈ। ਗੁਰਮੁਖ ਭਗਤੀ ਕਰਦਿਆਂ ਕਦੇ ਹੰਕਾਰ ਨਹੀਂ ਕਰਦਾ। ਇੱਕ ਨਾ ਭਗਤੀ ਲਾਏ ਕਾਬ ਪਵਾਏਂਦਾ। ਗੁਰਮੁਖ ਜਦੋਂ ਸੰਸਾਰ ਨੂੰ ਵੇਖਦਾ ਹੈ, ਉਹ ਕਹਿੰਦਾ ਹੈ ਵਾਹਿਗੁਰੂ, ਇਕਨਾਂ ਨੂੰ ਤੂੰ ਆਪ ਹੀ ਬਖਸ਼ਿਸ਼ ਕਰਕੇ ਭਗਤੀ ਵਿੱਚ ਲਾਇਆ ਹੈ, ਤੇ ਇੱਕ ਜਿਹੜੇ ਚੰਗੇ ਕਰਮਾਂ ਤੋਂ ਸਖਣੇ ਆਣ, ਉਹਨਾਂ ਨੂੰ ਤੂੰ ਆਪ ਹੀ ਖੁਆਰ ਕਰਦਾ। ਇੱਕ ਨਾ ਮਾਰਗ ਪਾਏ ਕੋਜੜ ਪਾਏਂਦਾ। ਇਕਨਾਂ ਨੂੰ ਤੂੰ ਆਪਣੀ ਭਗਤੀ ਦੇ ਮਾਰਗ ਪਾ ਦਿੰਦਾ ਹੈ ਤੇ ਇਕਨਾਂ ਨੂੰ ਉਜੜੇ ਹੋਏ ਮਾਰਗ ਵਿੱਚ ਪਾ ਦਿੰਦਾ ਹੈ। ਭੁੱਲੇ ਹੋਏ ਜੀਵ ਜਿਹੜੇ ਭਟਕਦੇ ਰਹਿੰਦੇ ਹਨ, ਜਨ ਨਾਨਕ ਨਾਮ ਧਿਆਏ ਗੁਰਮੁਖ ਗੁਣ ਗਾਏਂਦਾ। ਸੰਸਾਰ ਦੀ ਹਾਲਤ ਨੂੰ ਵੇਖ ਕੇ ਗੁਰਮੁਖ ਸਦਾ ਵਾਹਿਗੁਰੂ ਦੀ ਬੰਦਗੀ ਕਰਦਾ। ਭਾਵ ਕੋਈ ਵੀ ਅਵਸਥਾ ਹੋਵੇ, ਗੁਰਮੁਖ ਸਦਾ ਵਾਹਿਗੁਰੂ ਦੇ ਗੁਣ ਗਾਉਂਦਾ ਹੈ, ਨਾਮ ਜਪਦਾ ਹੈ। ਇਸ ਤਰ੍ਹਾਂ ਸਾਹਿਬ ਸੱਚੇ ਪਾਤਸ਼ਾਹ ਪਾਵਨ ਬਾਣੀ ਦੁਆਰਾ ਉਪਦੇਸ਼ ਬਖਸ਼ਿਆ ਹੈ। ਸਤਿਗੁਰੂ ਦੀ ਬਾਣੀ ਅਗਾਧ ਬੋਧ ਹੈ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।